28 ਹਸਪਤਾਲਾਂ ਨੂੰ ਮਰੀਜ਼ਾਂ ਦੇ ਪੈਸੇ ਵਾਪਸ ਕਰਨੇ ਪੈ ਗਏ। ਰਿਪੋਰਟ ਦੇ ਵਿੱਚ ਆਖਿਰਕਾਰ ਐਸਾ ਕੀ ਲਿਖਿਆ ਹੈ ਕਿ ਕਾਂਗਰਸ ਨਿਆਇਕ ਜਾਂਚ ਦੀ ਮੰਗ ਕਰ ਰਹੀ ਹੈ, ਖੁਦ ਮੋਦੀ ਜੀ ਦੇ ਖਿਲਾਫ ਤੇ ICMR ਦੇ ਖਿਲਾਫ। ਸਿਆਸਤਦਾਨ, ਡਾਕਟਰ, ਮੀਡੀਆ ਜਿਹੜੇ ਆਪਾਂ ਚਾਰੇ ਥੰਮ ਕਹਿੰਦੇ ਆ ਲੋਕਤੰਤਰ ਦੇ ਜੀ, ਉਹ ਸਾਰੇ ਮੋਦੀ ਦੀ ਜੁੱਤੀ ਦੀ ਨੋਕ ਤੇ ਆ। ਪ੍ਰਧਾਨ ਮੰਤਰੀ ਵੱਲੋਂ ਇਹ ਜ਼ੋਰ ਪਾਇਆ ਜਾਂਦਾ ਰਿਹਾ ਕਿ ਤੁਸੀਂ ਰਿਪੋਰਟ ਜਿਹੜੀ ਉਹ ਗਲਤ ਦਿਓ। ਜਿਹੜੇ ਲੋਕਾਂ ਦਾ ਇਸ ਬਿਮਾਰੀ ਨਾਲ ਸੰਬੰਧ ਵੀ ਨਹੀਂ ਹੈਗਾ, ਉਹਨਾਂ ਲੋਕਾਂ ਕੋਲੋਂ ਰਿਪੋਰਟ ਲਿਖਾ ਕੇ ਸਾਈਨ ਉਹਦੇ ਕਰਵਾਏ ਜਾਂਦੇ ਰਹੇ ਆ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਖਾਲਸ ਚਰਚਾ ਦੇ ਵਿੱਚ। ਚਰਚਾ ਦੇ ਨਾਲ ਮੈਂ ਹਰਸ਼ਰਨ ਕੌਰ ਤੇ ਮੇਰੇ ਨਾਲ ਸਾਡੇ ਸਹਿਯੋਗੀ ਤੇ ਸੀਨੀਅਰ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਜੁੜੇ ਹੋਏ ਨੇ। ਬਨਵੈਤ ਸਾਹਿਬ ਬਹੁਤ-ਬਹੁਤ ਸਵਾਗਤ ਹੈ ਖਾਲਸ ਚਰਚਾ ਦੇ। ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਤੁਹਾਨੂੰ ਵੀ ਦਿਲੋਂ ਜੀ ਆਇਆਂ। ਤੀਜੀ ਲਹਿਰ ਕਰੋਨਾ ਦੀ ਉਹਦਾ ਰੌਲਾ ਖੂਬ ਪੈ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅਜਿਹੇ ਬਿਆਨ ਨੇ ਜਿਹੜੇ ਉਹ ਆ ਰਹੇ ਨੇ ਕਿ ਤੀਸਰੀ ਲਹਿਰ ਆਉਣ ਵਾਲੀ ਹੈ। ਸਤੰਬਰ ਤੇ ਅਕਤੂਬਰ ਦੇ ਵਿੱਚ ਅਖੀਰ ਹੋਵੇਗਾ। ਪਹਿਲਾਂ ਕਹਿੰਦੇ ਸੀ ਅਗਸਤ ਤੇ ਸਤੰਬਰ ਦੇ ਵਿੱਚ ਕਰੋਨਾ ਜਿਹੜੀ ਹੈਗੀ ਹੈ ਉਹ ਪੀਕ ਤੇ ਹੋਵੇਗੀ ਤੀਸਰੀ ਲਹਿਰ। ਹੁਣ ਸਤੰਬਰ ਤੋਂ ਅਕਤੂਬਰ ਤੇ ਆ ਗਈ ਹੈ ਚਰਚਾ, ਫਿਰ ਅਕਤੂਬਰ ਤੋਂ ਨਵੰਬਰ ਤੇ ਸ਼ਾਇਦ ਆ ਜਾਏਗੀ। ਪਰ ਹਾਲੇ ਜਿਹੜਾ ਹੈਗਾ ਬਚਾਅ ਹੈਗਾ ਤੀਸਰੀ ਲਹਿਰ ਤੋਂ। ਜਿਵੇਂ ਦੂਸਰੀ ਲਹਿਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਅਫਰਾ ਤਫਰੀ ਮਚ ਗਈ ਸੀ, ਮੌਤਾਂ ਹੋਈਆਂ ਸੀਗੀਆਂ, ਉਸ ਤੋਂ ਹੁਣ ਜਿਹੜਾ ਬਚਾਅ ਹੈਗਾ ਕਹਿ ਸਕਦੇ ਹਾਂ ਕਿ ਲੋਕਾਂ ਨੇ ਸ਼ਾਇਦ ਕਰੋਨਾ ਦੇ ਨਾਲ ਰਹਿਣਾ ਸਿੱਖ ਲਿਆ ਤੇ ਰਹਿਣਾ ਸਿੱਖਣਾ ਵੀ ਪਵੇਗਾ। ਇਸ ਤੋਂ ਪਹਿਲਾਂ ਵੀ ਦੁਨੀਆ ਭਰ ਦੇ ਵਿੱਚ ਬਹੁਤ ਅਜਿਹੀਆਂ ਬਿਮਾਰੀਆਂ ਆਈਆਂ ਨੇ ਜਿਨ੍ਹਾਂ ਦੇ ਨਾਲ ਲੋਕ ਲਗਾਤਾਰ ਜੂਝ ਰਹੇ ਨੇ। ਉਹਨਾਂ ਦੇ ਇਲਾਜ ਵੀ ਆ ਚੁੱਕੇ ਨੇ ਤੇ ਕਰੋਨਾ ਦੀ ਵੈਕਸੀਨ ਵੀ ਆ ਚੁੱਕੀ ਹੈ। ਸੋ ਦੂਸਰੀ ਲਹਿਰ ਦੇ ਵਿੱਚ ਜੋ ਕੁਝ ਭਾਰਤ ਦੇ ਵਿੱਚ ਹੋਇਆ ਸੀ, ਉਦੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਭਾਰਤ ਸਰਕਾਰ ਦੀ ਕਾਫੀ ਜਿਹੜੀ ਆਲੋਚਨਾ ਹੋਈ ਸੀ। ਹੁਣ ਤਾਜ਼ੀ ਇੱਕ ਰਿਪੋਰਟ ਛਪੀ ਹੈ ਨਿਊਯਾਰਕ ਟਾਈਮਸ ਦੇ ਵਿੱਚ। ਉਸ ਰਿਪੋਰਟ ਦੇ ਵਿੱਚ ਬਹੁਤ ਹੀ ਜਿਹੜੇ ਸੰਗੀਨ ਆਪਾਂ ਕਹਿ ਸਕਦੇ ਹਾਂ ਖੁਲਾਸੇ ਕੀਤੇ ਗਏ ਨੇ ਕਿ ਮੋਦੀ ਸਰਕਾਰ ਨੇ ਕਰੋਨਾ ਨੂੰ ਲੈ ਕੇ ਤੱਥ ਛੁਪਾਏ। ਕਿਹੜੇ ਅੰਕੜੇ ਛੁਪਾਏ ਉਹ ਤੇ ਅੱਜ ਆਪਾਂ ਗੱਲ ਕਰਾਂਗੇ। ਤੇ ਇਹ ਜਦੋਂ ਰਿਪੋਰਟ ਬਾਹਰ ਆਈ ਹੈ ਤਾਂ ਕਾਂਗਰਸ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਖਿਲਾਫ ਅਤੇ ICMR ਦੇ ਖਿਲਾਫ ਹੈ ਜਿਹੜੀ ਉਹ ਨਿਆਇਕ ਜਾਂਚ ਹੋਣੀ ਚਾਹੀਦੀ ਹੈ। ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਅਤੇ ਪ੍ਰਧਾਨ ਮੰਤਰੀ ਦੇ ਖਿਲਾਫ ਕਾਂਗਰਸ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਰੋਸ ਮੁਜ਼ਾਹਰੇ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ ਤੇ ਨਾਲ ਹੀ ਸੰਸਦ ਦੇ ਵਿੱਚ ਇਸ ਮੁੱਦੇ ਨੂੰ ਚੱਕਣ ਦਾ ਐਲਾਨ ਕਰ ਦਿੱਤਾ ਹੈ। ਸੋ ਇਸ ਨਿਊਯਾਰਕ ਟਾਈਮਸ ਦੀ ਰਿਪੋਰਟ ਦੇ ਵਿੱਚ ਕੀ ਕੁਝ ਲਿਖਿਆ ਉਹ ਆਪਾਂ ਸਾਰਾ ਜਾਣਾਂਗੇ ਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਜਨਮ ਦਿਨ ਹੈ, ਵਧਾਈ ਵੀ ਦੇ ਦਿੰਦੇ ਆ। ਤੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਅੱਜ ਕਾਂਗਰਸ ਦੇ ਵੱਲੋਂ ਕੌਮੀ ਬੇਰੁਜ਼ਗਾਰ ਦਿਵਸ ਦੇ ਵਜੋਂ ਵੀ ਮਨਾਇਆ ਜਾ ਰਿਹਾ ਹੈ। ਕਿਉਂ ਮਨਾਇਆ ਜਾ ਰਿਹਾ ਹੈ ਉਹ ਤੁਸੀਂ ਜਾ ਕੇ ਕਾਂਗਰਸ ਦੇ ਟਵਿੱਟਰ ਹੈਂਡਲ ਤੋਂ ਦੇਖ ਸਕਦੇ ਹੋ। ਬਨਵੈਤ ਸਾਹਿਬ, ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੀ ਚੰਗੀ ਖਬਰ ਜ਼ਰੂਰ ਸੁਣਾ ਦਿਓ। ਸਾਡੇ ਦਰਸ਼ਕਾਂ ਨੂੰ ਬੜੀ ਉਡੀਕ ਰਹਿੰਦੀ ਹੈ, ਚੰਗੀ ਖਬਰ ਨੂੰ ਕਾਫੀ ਹੁੰਗਾਰਾ ਵੀ ਜਿਹੜਾ ਦੇ ਰਹੇ ਨੇ ਦਰਸ਼ਕ। ਪੱਛਮੀ ਬੰਗਾਲ 'ਚ ਇੱਕ ਜ਼ਿਲ੍ਹਾ ਬਰਧਨ ਪੈਂਦਾ ਜੀ, ਉਹਦਾ ਪਿੰਡ ਗੋਗਾ। ਅੱਛਾ। ਉਸ ਪਿੰਡ ਨੂੰ ਉੱਥੋਂ ਦੇ ਇੱਕ ਸਰਕਾਰੀ ਟੀਚਰ ਨੇ ਉਹਦੇ ਜਿਹੜੇ ਗਲੀਆਂ ਆ, ਉਹਦੇ ਚਬੂਤਰੇ ਆ, ਜੰਝ ਘਰ ਆ, ਉਹਨੂੰ ਸਾਰੇ ਨੂੰ ਸਕੂਲਾਂ 'ਚ ਬਦਲ ਦਿੱਤਾ ਜੀ। ਉੱਥੇ ਉਹਨਾਂ ਜਿਹੜੀ ਦੀਵਾਰਾਂ ਆ ਨਾ ਜੀ, ਉਹਨਾਂ ਦੇ ਬਲੈਕ ਬੋਰਡ ਬਣਾ ਦਿੱਤੇ, ਜਾਂ ਜਿਹੜਾ ਟੋਟਲ ਤੌਰ ਤੇ ਜਿਹੜੀ ਆ ਸਕੂਲ ਦੀ ਇੱਕ ਦੇਖਿਆ ਤੁਸੀਂ ਪਿੰਡ ਦੇ ਵਿੱਚੋਂ ਲੰਘੋਗੇ ਨਾ ਜੀ ਤਾਂ ਤੁਹਾਨੂੰ ਦਿਸੂਗਾ ਕਿ ਜਿਹੜਾ ਪਿੰਡ ਦੇ ਚਬੂਤਰੇ ਆ, ਬਰਾਂਡੇ ਆ, ਉਹ ਸਾਰੇ ਜਿਹੜੇ ਆ ਸਕੂਲ ਦੀ ਸ਼ਕਲ ਵਿੱਚ ਨਹੀਂ ਗੱਲੇ ਹੈ, ਉੱਥੇ ਬਕਾਇਦਾ ਸਕੂਲ ਲੱਗ ਵੀ ਰਿਹਾ। ਠੀਕ ਹੈ। ਗੱਲ ਤੁਸੀਂ ਕਰੋਨਾ ਦੀ ਕੀਤੀ ਆ। ਹਾਂਜੀ। ਕਰੋਨਾ ਕਰਕੇ ਸਰਕਾਰ ਨੇ ਕਿਹਾ ਕਿ ਜਿਹੜੀਆਂ ਕਲਾਸਾਂ ਆਨਲਾਈਨ ਲਾਈਆਂ ਜਾਣ ਜੀ ਜੀ, ਪਰ ਜਿਨ੍ਹਾਂ ਥਾਵਾਂ ਤੇ ਜਿਹੜੀ ਇਹ ਸਹੂਲਤ ਆ ਆਨਲਾਈਨ ਦੀ ਨਹੀਂ ਹੈ ਤੇ ਬੱਚੇ ਪੜ੍ਹਨ ਤੋਂ ਪਿੱਛੇ ਰਹਿ ਰਹੇ ਆ, ਉਹਨਾਂ ਬੱਚਿਆਂ ਬਾਰੇ ਸੋਚਦਿਆਂ ਉਸ ਨਾਇਕ ਨਾਂ ਦੇ ਟੀਚਰ ਨੇ ਆਪਣੇ ਖਰਚੇ ਤੇ ਜੀ ਪਿੰਡ ਦੇ ਸਾਰੀਆਂ ਜਿਹੜੀ ਸਾਂਝੀਆਂ ਥਾਵਾਂ ਆ ਉਹਨਾਂ ਨੂੰ ਸਕੂਲ 'ਚ ਬਦਲ ਦਿੱਤਾ ਜੀ। ਤੁਸੀਂ ਹੈਰਾਨ ਹੋਵੋਗੇ, ਇਹਨਾਂ ਥਾਵਾਂ ਤੇ ਅਨਾਰ ਤੋਂ ਲੈ ਕੇ ਇਸ ਵੇਲੇ ਕੰਪਿਊਟਰ ਤੱਕ ਦੀ ਉਹ ਪੜ੍ਹਾਈ ਕਰਵਾ ਰਿਹਾ। ਠੀਕ ਹੈ। ਔਰ ਵੱਡੀ ਗੱਲ ਇਹ ਹੈ ਕਿ ਸਾਰੇ ਵਿਸ਼ਿਆਂ ਦੀ ਪੜ੍ਹਾਈ ਕਰਾ ਰਿਹਾ। ਅੱਛਾ। ਸ਼ੁਰੂਆਤ ਹੋਈ ਸੀ ਪ੍ਰਾਇਮਰੀ ਤੋਂ, ਹੁਣ ਕਲਾਸਾਂ ਜਿਹੜੀਆਂ ਉਹ 10ਵੀਂ ਤੱਕ ਵੀ ਲੱਗ ਰਹੀਆਂ ਜੀ। ਸੋ ਉਹ ਜਿਹੜਾ ਬੰਦਾ ਆ, ਉਹਨੇ ਸਾਰਾ ਟੀਚਰ ਆ, ਉਹਨੇ ਇਹ ਸਾਰਾ ਕੁਝ ਇਸ ਕਿਹਾ ਕਿ ਕਿਉਂਕਿ ਪਛੜੇ ਇਲਾਕਿਆਂ ਵਿੱਚ ਬੱਚੇ ਜਿਹੜੇ ਆ ਉਹ ਆਨਲਾਈਨ ਪੜ੍ਹਾਈ ਨਹੀਂ ਕਰ ਸਕਦੇ ਤੇ ਉਹਦੇ ਮਨ ਦੀ ਇੱਛਾ ਸੀਗੀ ਕਿ ਬੱਚਿਆਂ ਦਾ ਨੁਕਸਾਨ ਨਾ ਹੋਵੇ ਤੇ ਬੱਚੇ ਜਿਹੜੇ ਆ ਇਹ ਦੂਜਿਆਂ ਤੋਂ ਪਿੱਛੇ ਨਾ ਚਲ ਜਾਣ। ਇਸ ਲਈ ਉਸਨੇ ਹੱਲ ਲੱਭਿਆ ਕਿ ਜੇ ਸਰਕਾਰ ਸਕੂਲ ਨਹੀਂ ਖੋਲਦੀ ਤਾਂ ਉਹਨੇ ਸਾਰੇ ਪਿੰਡ ਨੂੰ ਜਿਹੜਾ ਆ ਆਪਣੇ ਖਰਚੇ ਤੇ ਉਸ ਜਿਹੜਾ ਸਕੂਲ ਆ ਉਹਦੀ ਸ਼ੇਪ ਦੇ ਦਿੱਤੀ। ਪਰ ਉਹਨੇ ਗਿਣਤੀ ਕੀਤੀ ਸੀ 30 ਬੱਚਿਆਂ ਤੋਂ
ਤੇ ਇਸ ਵੇਲੇ ਪਿੰਡ ਵਿੱਚ ਵੱਖ-ਵੱਖ ਥਾਵਾਂ ਜਿਹੜੇ ਸਕੂਲ ਬਣਾਏ ਉਹਨੇ, ਚਬੂਤਰਿਆਂ ਵਿੱਚ ਸਕੂਲ ਬਣਾਏ ਆ, ਜੀ ਜੀ ਉੱਥੇ 2000 ਬੱਚਾ ਪੜ੍ਹ ਰਿਹਾ ਜੀ। ਅੱਛਾ। ਤੇ ਨਾਲ ਉਹਦੇ ਬੜੇ ਸਾਰੇ ਜਿਹੜੇ ਵਲੰਟੀਅਰ ਹੈ ਨਾ ਜੀ, ਜੀ ਜੀ ਉਹ ਵੀ ਨਾਲ ਆ ਜੁੜੇ ਆ। ਠੀਕ ਹੈ, ਬਹੁਤ ਵਧੀਆ ਪਹਿਲ ਕੀਤੀ ਹੈ ਜੀ। ਇੱਕ ਪਾਸੇ ਇਹ ਨਾਇਕ ਖੜਾ, ਜਿਹਦਾ ਨਾਂ ਵੀ ਨਾਇਕ ਤੇ ਬਣ ਵੀ ਨਾਇਕ ਗਿਆ ਜੀ। ਜੀ ਜੀ ਪਰ ਦੂਜੇ ਪਾਸੇ ਜਿਹੜੀਆਂ ਮੇਰੀਆਂ ਅੱਖਾਂ ਦੇ ਅੱਗੇ ਘੁੰਮ ਰਹੇ ਆ, ਫਿਰ ਦੁਬਾਰਾ ਕਿਉਂਕਿ ਬਾਰ-ਬਾਰ ਘੁੰਮ ਰਹੇ ਆ, ਮੈਨੂੰ ਕਹਿਣਾ ਹੀ ਪੈਣਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦਾ ਮੰਤਰੀ ਮੰਡਲ। ਜੀ। ਜਦੋਂ ਕਰੋਨਾ ਦੀ ਦੂਜੀ ਲਹਿਰ ਜ਼ੋਰ ਤੇ ਸੀ ਜੀ ਜੀ ਤਾਂ ਕੈਪਟਨ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਮੁੱਖ ਮੰਤਰੀ ਸਮੇਤ ਜਿੰਨੇ ਮੰਤਰੀ ਆ 18 ਦੇ 18 ਉਹ ਸਾਰੇ 3 ਮਹੀਨੇ ਦੀ ਤਨਖਾਹ ਦੇਣਗੇ ਆਪਣੇ ਮੁੱਖ ਮੰਤਰੀ ਰਾਹਤ ਫੰਡ ਲਈ। ਜੀ ਬਿਲਕੁਲ। ਪਰ ਸਾਲ 1.5 ਸਾਲ ਬੀਤਣ ਤੱਕ ਮੁੱਖ ਮੰਤਰੀ ਸਮੇਤ ਕਿਸੇ ਵੀ ਮੰਤਰੀ ਨੇ 3 ਮਹੀਨੇ ਦੀ ਤਨਖਾਹ ਨਹੀਂ ਦਿੱਤੀ, ਨਹੀਂ ਕਟਵਾਈ ਬਣਵਾਇਆ ਸਾਹਿਬ? ਨਹੀਂ ਕਟਵਾਈ। ਉਦੋਂ ਬੜੀਆਂ ਖਬਰਾਂ ਆਪਾਂ ਵੀ ਚਲਾਈਆਂ ਸੀ, ਮਤਲਬ ਇਹ ਪੂਰਾ ਤੱਥ ਹੈਗਾ ਆਪਣੇ ਕੋਲੇ ਵੀ ਉਹਨਾਂ ਨੇ ਦਿੱਤਾ ਹੀ ਨਹੀਂ, 1 ਮਹੀਨੇ ਦੀ ਵੀ ਨਹੀਂ ਦਿੱਤੀ ਜੀ। 55 ਲੱਖ ਰੁਪਇਆ ਜਿਹੜਾ ਬਣਨਾ ਸੀਗਾ, ਮੈਂ ਤੁਹਾਡੇ ਧਿਆਨ 'ਚ ਲਿਆਉਣਾ ਇਹ ਕਿ ਮੁੱਖ ਮੰਤਰੀ ਤਨਖਾਹ ਜਿਹੜੀ ਆ ਉਹ 1,54,000 ਪਰ ਮੰਥ ਆ ਜੀ, ਤੇ ਮੰਤਰੀਆਂ ਦੀ ਤਨਖਾਹ ਜਿਹੜੀ ਆ ਉਹ 1,04,000 ਆ। ਇਹਨਾਂ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਨੇਤਾ ਆ ਹਰਪਾਲ ਸਿੰਘ ਚੀਮਾ ਉਹ ਵੀ ਸ਼ਾਮਲ ਆ, ਉਹਨਾਂ ਦੀ ਤਨਖਾਹ ਮੇਰਾ ਭਾਵ 1,54,000 ਚ। ਪਰ ਹਰਪਾਲ ਸਿੰਘ ਚੀਮਾ ਇਹ ਕਹਿ ਰਿਹਾ ਕਿ ਮੇਰੀ ਤਨਖਾਹ 3 ਮਹੀਨੇ ਦੀ ਕੱਟ ਲਈ ਗਈ। ਅੱਛਾ। ਪਰ ਉਹ ਜਿਹੜਾ ਕਰੋਨਾ ਰਾਹਤ ਫੰਡ ਆ ਉਹਦੇ ਵਿੱਚ ਜਮ੍ਹਾਂ ਨਹੀਂ ਹੋਏ। ਅੱਛਾ, ਉਹ ਕਿੱਧਰ ਗਏ ਫਿਰ? ਸੋ ਇਹ ਜਿਹੜਾ ਇੱਕ ਉਹਨਾਂ ਨੇ ਬੜਾ ਵੱਡਾ ਸਵਾਲ ਉਠਾਇਆ ਤੇ ਇਹ ਜਾਣਕਾਰੀ ਬਣਵਾਇਆ ਸਭ ਕਿਸੇ ਆਰਟੀਆਈ ਰਹੀ ਬਾਹਰ ਆਈ ਹੈ? ਬਿਲਕੁਲ ਜੀ ਜੀ, ਇਹ ਆਰਟੀਆਈ ਰਾਹੀਂ ਜਾਣਕਾਰੀ ਮਿਲੀ ਆ ਕਿ ਪਰ ਜਿਹੜਾ ਹਰਪਾਲ ਸਿੰਘ ਚੀਮਾ ਆ ਇਹ ਉਹਨਾਂ ਨੇ ਫੋਨ ਤੇ ਗੱਲ ਕਹੀ ਆ ਜੀ ਕਿ ਮੇਰੀ ਤਨਖਾਹ ਜੋ 3 ਮਹੀਨੇ ਦੇ ਪੈਸੇ ਕੱਟ ਲਏ ਗਏ ਆ, ਪਰ ਮੈਨੂੰ ਇਹ ਵੀ ਪਤਾ ਲੱਗਾ ਕਿ ਰਾਹਤ ਫੰਡ 'ਚ ਨਹੀਂ ਹੈ ਜੀ। ਸੋ ਉਹ ਪੈਸੇ ਕਿੱਥੇ ਗਏ ਇਹ ਸਵਾਲ ਹੈ। ਫਿਰ ਉਹ ਤੋਂ ਅੱਗੇ ਮੇਰੀ ਜਿਹੜੀ ਆਤਮਾ ਉਹਨੂੰ ਸੱਚੀ ਮੁੱਚੀ ਹਲੂਣਾ ਦੇ ਰਹੀਆਂ ਜਿਹੜੀਆਂ ਗੰਗਾ 'ਚ ਲਾਸ਼ਾਂ ਤਰਦੀਆਂ ਰਹੀਆਂ ਯੂਪੀ। ਜੀ ਜੀ। ਤੇ ਸਰਕਾਰ ਇਹ ਕਹਿੰਦੀ ਰਹੀ ਆ ਕਿ ਆਕਸੀਜਨ ਕਰਕੇ ਕੋਈ ਡੈਥ ਨਹੀਂ ਹੋਈ। ਬਿਲਕੁਲ, ਇਹ ਤਾਂ ਸੱਚਮੁੱਚ ਹੀ ਇੱਕ ਦਿਲ ਨੂੰ ਝੰਜੋੜਨ ਵਾਲਾ ਬਿਆਨ ਸੀ। ਸਰਕਾਰ ਕਹਿੰਦੀ ਹੈ ਪੂਰੇ ਦੇਸ਼ ਵਿੱਚ ਕਿਤੇ ਆਕਸੀਜਨ ਦੇ ਨਾਲ ਮੌਤ ਹੀ ਨਹੀਂ ਹੋਈ। ਇੰਨੀਆਂ ਜਾਂ ਤਾਂ ਫਿਰ ਸਾਡੀਆਂ ਅੱਖਾਂ ਨੇ ਜਿਹੜੀਆਂ ਉਹ ਧੋਖਾ ਖਾ ਗਈਆਂ, ਸਾਡੇ ਕੰਨ ਧੋਖਾ ਖਾ ਗਏ, ਇੰਨੇ ਲੋਕਾਂ ਦੀਆਂ ਮੌਤਾਂ ਹੋ ਗਈਆਂ, ਉਹ ਪਤਾ ਨਹੀਂ ਕਿਤੇ ਹਵਾ 'ਚ ਹੀ ਹੋ ਗਈਆਂ। ਮਤਲਬ ਬਹੁਤ ਹੀ ਇਹ ਤਾਂ ਕਹਿੰਦੇ ਨਾ ਕਿ ਸ਼ਰਮਨਾਕ ਬਿਆਨ ਸੀਗਾ। ਮੇਰੇ ਦੇਖੋ ਮੇਰੇ ਜਿਹੜੀ ਆਤਮਾ ਨਾ ਉੱਥੇ ਭਾਰ ਹੋਰ ਖਬਰਾਂ ਹੀ ਪਾ ਰਹੀਆਂ ਕਿ ਪ੍ਰਾਈਵੇਟ ਹਸਪਤਾਲਾਂ ਨੇ ਮਰੀਜ਼ਾਂ ਨੂੰ ਰੱਜ ਕੇ ਲੁੱਟਿਆ। ਬਿਲਕੁਲ, ਕਰੋੜਪਤੀ ਬਣ ਗਏ ਜੀ। ਮਤਲਬ ਇੱਕ ਬੈੱਡ ਦਾ 10-10 ਲੱਖ ਰੁਪਈਆ ਲਿਆ, ਇੱਕ ਇੰਜੈਕਸ਼ਨ ਜਿਹੜਾ ਆ ਤੁਹਾਡੇ ਧਿਆਨ 'ਚ ਹੋਣਾ 40-40 ਹਜ਼ਾਰ ਦਾ 2.5 ਲੱਖ ਨੂੰ ਵੇਚਿਆ ਜੀ। ਔਰ ਤੁਸੀਂ ਵੈਸੇ ਜਿਹੜੀ ਗੱਲ ਸ਼ਰਮ ਸ਼ਬਦ ਵਰਤਿਆ, ਮੈਂ ਸ਼ਰਮ ਸ਼ਬਦ ਇਹ ਕਹਿੰਦਾ ਕਿ ਪਤਾ ਨਹੀਂ ਉਹ ਸ਼ਰਮ ਆਈ ਕਿ ਨਹੀਂ ਆਈ ਕਿ ਮੋਹਾਲੀ ਦੇ ਟਰਾਈ ਸਿਟੀ ਦੇ ਚੰਡੀਗੜ੍ਹ, ਮੋਹਾਲੀ ਔਰ ਪੰਚਕੂਲਾ ਦੇ 28 ਹਸਪਤਾਲਾਂ ਨੂੰ ਮਰੀਜ਼ਾਂ ਦੇ ਪੈਸੇ ਵਾਪਸ ਕਰਨੇ ਪੈ ਗਏ ਜੀ, ਜਿਹੜੇ ਉਹਨਾਂ ਨੇ ਗਲਤ ਤੌਰ ਤੇ ਚਾਰਜ ਕੀਤੇ ਸੀਗੇ। ਹੋਣਾ ਹੀ ਚਾਹੀਦਾ ਸੀ। ਸੋ ਮਤਲਬ ਇੱਕ ਪਾਸੇ ਮੇਰੀਆਂ ਅੱਖਾਂ ਦੇ ਮੂਹਰੇ ਜਿਹੜਾ ਉਹ ਨਾਇਕ ਮਾਸਟਰ ਜੀ ਆ ਉਹ ਖੜੇ ਆ, ਦੂਜੇ ਪਾਸੇ ਇਹ ਸਾਰਾ ਕੁਝ ਆਪਣੇ ਜਿਹੜੇ ਮੰਤਰੀ ਆ ਜਾਂ ਡਾਕਟਰ ਆ ਉਹਨਾਂ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ। ਬਿਲਕੁਲ। ਸੋ ਬਨਵਾਸ ਸਾਹਿਬ, ਆਪਾਂ ਹੁਣ ਚਰਚਾ ਜਿਹੜੀ ਉਹ ਸ਼ੁਰੂ ਕਰ ਲਈਏ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਵਿੱਚ ਆਖਿਰਕਾਰ ਐਸਾ ਕੀ ਲਿਖਿਆ ਹੈ ਕਿ ਕਾਂਗਰਸ ਨਿਆਇਕ ਜਾਂਚ ਦੀ ਮੰਗ ਕਰ ਰਹੀ ਹੈ, ਖੁਦ ਮੋਦੀ ਜੀ ਦੇ ਖਿਲਾਫ ਤੇ ਆਈਸੀਐਮਆਰ ਦੇ ਖਿਲਾਫ। ਥੋੜੀ ਮੈਂ ਵਿੱਚ ਥੋੜੀ ਜਿਹੀ ਐਡ ਕਰਨ ਵਾਲੀ, ਤੁਸੀਂ ਕਿਹਾ ਨਾ ਨਿਆਇਕ ਜਾਂਚ ਦੀ ਮੰਗ ਕਰ ਰਹੀ ਆ ਪ੍ਰਧਾਨ ਮੰਤਰੀ ਮੋਦੀ ਖਿਲਾਫ ਤੇ ਆਈਸੀਐਮਆਰ ਦੇ ਡਾਇਰੈਕਟਰ ਖਿਲਾਫ। ਉਹਦੇ ਵਿੱਚ ਉਹਨਾਂ ਨੇ ਸਿਹਤ ਮੰਤਰੀ, ਉਸ ਵੇਲੇ ਦਾ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਉਹਨੂੰ ਵੀ ਸ਼ਾਮਲ ਕੀਤਾ। ਠੀਕ ਹੈ ਜੀ। ਇਹ ਜਿਹੜੀ ਨਿਊਯਾਰਕ ਟਾਈਮਜ਼ ਰਿਪੋਰਟ ਛਪੀ ਆ ਨਾ ਜੀ, ਇਹ ਚ ਬੜੇ ਜਿਹੜੇ ਦਿੱਤੇ ਗਏ ਤੱਥ ਉਹ ਤੁਹਾਨੂੰ ਹਿਲਾ ਕੇ ਰੱਖ ਦੇਣ ਵਾਲੇ ਆ। ਪਰ ਮੈਂ ਤੁਹਾਨੂੰ ਇੱਕ ਦੱਸਦਾ ਜਿਹੜੀ ਸ਼ੁਰੂਆਤ ਗੱਲ ਇਹ ਕਿ ਉਸ ਰਿਪੋਰਟਰ ਨੇ ਜਿਹੜੇ ਅੰਕੜੇ ਲਏ ਆ ਉਹ ਆਈਸੀਐਮਆਰ ਦੇ ਇੱਕ ਵਿਗਿਆਨੀ ਨੇ ਪ੍ਰਮੋਦ ਅਗਰਵਾਲ, ਠੀਕ ਹੈ, ਜਿਹੜੇ ਇਹ ਸਰਕਾਰ ਦੀਆਂ ਵਧੀਕੀਆਂ ਕਹਿ ਲਓ ਜਾਂ ਸਰਕਾਰ ਕਹਿੰਦੀ ਸੀ ਝੂਠ ਬੋਲੋ, ਉਹ ਝੂਠ ਨਹੀਂ ਬੋਲੇ ਤੇ ਉਹਨਾਂ ਨੂੰ ਦੇਸ਼ ਛੱਡ ਕੇ ਜਾਣਾ ਪਿਆ। ਅਸਤੀਫਾ ਦੇ ਗਏ ਸੀ ਜੀ। ਇਸ ਵੇਲੇ ਉਹ ਅਮਰੀਕਾ 'ਚ ਬੈਠੇ ਆ, ਠੀਕ ਹੈ। ਉਹਨਾਂ ਨਾਲ ਜਿਹੜੀ ਗੱਲ ਕਰਕੇ ਉਸ ਰਿਪੋਰਟਰ ਨੇ ਇਹ ਜਿਹੜੀ ਆ ਰਿਪੋਰਟ ਛਾਪੀ ਹੈ ਜੀ ਨਿਊਯਾਰਕ ਟਾਈਮਜ਼, ਠੀਕ ਹੈ। ਉਹਨੇ ਆਪਣੇ ਵੱਲੋਂ ਸ਼ੁਰੂ 'ਚ ਇਹ ਲਿਖਿਆ ਕਿ ਭਾਰਤ ਇੱਕੋ ਇੱਕ ਦੇਸ਼ ਆ ਜਿੱਥੇ ਕਰੋਨਾ ਜਿਹੀ ਗੰਭੀਰ ਬਿਮਾਰੀ ਨੂੰ ਲੈ ਕੇ ਸਿਆਸਤ ਹੋਈ ਆ। ਅਗਲਾ ਜਿਹੜਾ ਉਹਨੇ ਇੱਕ ਹੋਰ ਜਿਹੜਾ ਦੂਜੇ ਪਹਿਰੇ 'ਚ ਲਿਖਿਆ, ਉਹ ਲਿਖਿਆ ਵੀ ਜੇ ਇਹਨੂੰ ਸਿਆਸਤ ਕਹਿੰਦੇ ਆ ਤਾਂ ਇਸ ਗੰਦੀ ਰਾਜਨੀਤੀ ਨੂੰ ਸਾਡਾ ਜਿਹੜਾ ਦੂਰੋਂ ਸਲਾਮ ਆ ਜੀ। ਇੱਕ ਹੋਰ ਗੱਲ ਜਿਹੜੀ ਮੈਂ ਸ਼ੁਰੂ 'ਚ ਹੀ ਕਰਦਾ, ਜਿਹੜੀ ਬਹੁਤ ਵੱਡੀ ਗੱਲ ਕਹੀ ਆ ਉਹਨੇ ਜੀ, ਉਹ ਕਹਿੰਦਾ ਵੀ ਮੈਨੂੰ ਸਾਰੇ ਹਾਲਾਤ ਦੇਖ ਕੇ ਐਂ ਲੱਗਦਾ
ਕਿ ਸਿਆਸਤਦਾਨ, ਡਾਕਟਰ, ਮੀਡੀਆ, ਜਿਹੜੇ ਆਪਾਂ ਚਾਰੇ ਥੰਮ ਕਹਿੰਦੇ ਆ ਲੋਕਤੰਤਰ ਦੇ, ਜੀ, ਉਹ ਸਾਰੇ ਮੋਦੀ ਦੀ ਜੁੱਤੀ ਦੀ ਨੋਕ ਤੇ ਆ। ਅੱਛਾ, ਮਤਲਬ ਉਹਨੇ ਐਡਾ ਵੱਡਾ ਕਮੈਂਟਸ ਕੀਤਾ ਉਹਨੇ ਜੀ। ਬਹੁਤ ਵੱਡੀ ਗੱਲ। ਦੇਖੋ ਹੁਣ ਜਿਹੜੀ ਗੱਲ, ਉਹ ਜਿਹੜੇ ਤੱਥ ਜਿਹੜੇ ਆ, ਅੰਕੜੇ ਜਿਨ੍ਹਾਂ ਨੇ ਹਿਲਾ ਕੇ ਰੱਖਿਆ, ਉਹ ਇਹ ਆ, ਉਹਨੇ ਕਿਹਾ ਕਿ ਜਿਹੜੇ ICMR ਦੇ ਵਿਗਿਆਨੀ ਆ, ਉਹਨਾਂ ਤੇ ਪ੍ਰਧਾਨ ਮੰਤਰੀ ਵੱਲੋਂ ਇਹ ਜ਼ੋਰ ਪਾਇਆ ਜਾਂਦਾ ਰਿਹਾ ਕਿ ਤੁਸੀਂ ਰਿਪੋਰਟ ਜਿਹੜੀ ਉਹ ਗਲਤ ਦਿਓ। ਅੱਛਾ, ਉਹਨਾਂ ਰਿਪੋਰਟਾਂ ਨੂੰ ਆਧਾਰ ਬਣਾ ਕੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ। ਇੱਕ ਤਾਂ ਉਹਨੇ ਵੱਡੀ ਗੱਲ ਕਹੀ ਹੈ, ਜਿਹੜੀ ਰਿਪੋਰਟਾਂ ਆ ਵਿਗਿਆਨੀਆਂ ਦੀਆਂ, ਉਹ ਗਲਤ ਹੀ ਉਹਨਾਂ ਕੋਲੋਂ ਲਿਖਵਾਈਆਂ ਜਾਂਦੀਆਂ ਰਹੀਆਂ। ਜੇ ਰਿਪੋਰਟ ਸਰਕਾਰ ਨੂੰ ਲੱਗਦਾ ਸੀ ਕਿ ਨਹੀਂ ਬਾਰਾ ਖਾਂਦੀ ਹੈਗੀ, ਤਾਂ ਉਹ ਰਿਪੋਰਟ ਸਰਕਾਰ ਲੈਵਲ ਤੇ ਚੇਂਜ ਕਰਤੀ ਜਾਂਦੀ ਰਹੀ। ਅੱਛਾ, ਜਾਂ ਜਿਹੜੇ ਲੋਕਾਂ ਦਾ ਇਸ ਬਿਮਾਰੀ ਨਾਲ ਸੰਬੰਧ ਵੀ ਨਹੀਂ ਹੈਗਾ, ਉਹਨਾਂ ਲੋਕਾਂ ਕੋਲੋਂ ਰਿਪੋਰਟ ਲਿਖਾ ਕੇ ਸਾਈਨ ਉਹਦੇ ਕਰਵਾਏ ਜਾਂਦੇ ਰਹੇ ਆ ਜੀ। ਯਾਨੀ ਕਿ ਬਨਵੈਦ ਸਾਹਿਬ, ਰਿਪੋਰਟਾਂ ਕਿਸ ਤਰ੍ਹਾਂ ਦੀਆਂ, ਮਤਲਬ ਸਰਕਾਰ ਇਸ ਤਰ੍ਹਾਂ ਪੋਜ਼ਿਟਿਵ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਸੀਂ ਕੰਟਰੋਲ ਕਰ ਰਹੇ ਹਾਂ ਕਰੋਨਾ, ਤੇ ਇਸ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕੀਤੀ ਗਈ? ਇਹ ਬਹੁਤ ਵਧੀਆ ਗੱਲ ਹੈ, ਮੈਂ ਕਰਨੀ ਸੀ, ਅੰਦਰੀ ਗੱਲ ਦੱਸਣਾ ਜੀ। ਉਹਨੇ ਦੋ ਕਾਰਨ ਦੱਸੇ, ਪਹਿਲਾਂ ਵੱਡੇ ਕਾਰਨ ਦੱਸਿਆ। ਇੱਕ ਤਾਂ ਕਾਰਨ ਇਹ ਦੱਸਿਆ ਉਹਨਾਂ ਨੇ ਕਿ ਸਰਕਾਰ ਇੱਕ ਵਿਸ਼ੇਸ਼ ਧਰਮ ਨੂੰ ਬਦਨਾਮ ਕਰਨਾ ਚਾਹੁੰਦੀ ਸੀ। ਉਹਨਾਂ ਨੇ ਇਸਲਾਮ ਦਾ ਨਾਂ ਉਸ ਰਿਪੋਰਟ 'ਚ ਲਿਖਿਆ। ਅੱਛਾ, ਕਿ ਜਿਹੜਾ ਐਡਾ ਵੱਡਾ ਰੌਲਾ ਪਾਇਆ ਗਿਆ ਸੀ ਨਾ ਕਿ ਉਹ ਮੁਸਲਮਾਨਾਂ ਦਾ ਇਕੱਠ ਹੋਇਆ ਜੀ, ਉਦੋਂ ਜਿਹੜਾ ਆ ਵੀ ਕਰੋਨਾ ਵਧਿਆ, ਇਹ ਸਰਕਾਰ ਦੀ ਗਿਣੀ ਮਿੱਥੀ ਸਾਜ਼ਿਸ਼ ਸੀ ਕਿ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਬਦਨਾਮ ਕੀਤਾ ਗਿਆ। ਇਹ ਉਹ ਪਹਿਲੀ ਜਿਹੜੀ ਲਹਿਰ ਸੀ ਉਦੋਂ ਹੋਇਆ ਸੀਗਾ? ਦੂਜੀ ਲਹਿਰ ਜੀ ਮੇਰਾ ਖਿਆਲ ਹੈ। ਨਹੀਂ ਜੀ, ਪਹਿਲੀ ਲਹਿਰ ਵੇਲੇ ਹੋਇਆ ਸੀ। ਚਲੋ, ਉਹ ਮਤਲਬ ਉਹਨਾਂ ਦਾ ਇੱਕ ਦਾ ਟਾਰਗੇਟ ਇਹ ਸੀ ਕਿ ਉਹਨਾਂ ਨੂੰ ਬਦਨਾਮ ਕਰਤਾ ਜਾਵੇ। ਜਿਹੜੀ ਅਗਲੀ ਗੱਲ ਉਹਨੇ ਇੱਕ ਵੱਡੀ ਗੱਲ ਕਹੀ ਆ, ਉਹ ਇਹ ਕਿ ਸਰਕਾਰ ਇਹ ਰੌਲਾ ਪਾਉਂਦੀ ਰਹੀ ਆ ਕਿ ਜਦੋਂ ਪਹਿਲੀ ਲਹਿਰ ਆਈ ਸੀਗੀ, ਉਦੋਂ ਬਾਅਦ ਅਸੀਂ ਇੰਨੇ ਕੁ ਬੰਦੋਬਸਤ ਕਰ ਲਿਆ ਕਿ ਦੂਜੀ ਲਹਿਰ ਨਹੀਂ ਆਊਗੀ। ਸਰਕਾਰ ਇਹ ਲਗਾਤਾਰ ਜਿਹੜਾ ਆ ਆਪਣੀ ਪਪੂਲੈਰਿਟੀ ਦੀ ਇਸ਼ਤਿਹਾਰ ਕਰਦੀ ਰਹੀ। ਬਿਲਕੁਲ। ਪਰ ਉਹਨੇ ਦੱਸਿਆ ਕਿ ਸਰਕਾਰ ਦਾ ਇਹ ਕਹਿਣਾ ਕਿ ਦੂਜੀ ਲਹਿਰ ਨਹੀਂ ਆਊਗੀ, ਇਹਦਾ ਮਤਲਬ ਜਾਂ ਮਕਸਦ ਇਹ ਸੀਗਾ ਕਿ ਕਿਉਂਕਿ ਪੱਛਮੀ ਬੰਗਾਲ 'ਚ ਚੋਣਾਂ ਸੀਗੀਆਂ ਜੀ, ਜੇ ਇੰਨਾ ਪ੍ਰਚਾਰ ਨਾ ਕੀਤਾ ਜਾਂਦਾ ਕਿ ਕੋਈ ਲਹਿਰ ਨਹੀਂ ਹੈ, ਕੁਝ ਨਹੀਂ ਸੀ ਵਿਗੜਨ ਦਿਆਂਗੇ, ਤਾਂ ਪੱਛਮੀ ਬੰਗਾਲ 'ਚ ਜਿਹੜੀ ਚੋਣ ਰੈਲੀਆਂ ਆ ਉਹ ਨਹੀਂ ਸੀ ਕੀਤੀਆਂ, ਨਹੀਂ ਸੀ ਹੋਣੀਆਂ। ਆਪਦੇ ਫਾਇਦੇ ਲਈ ਲੋਕਾਂ ਦੀ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ। ਬਿਲਕੁਲ ਜੀ। ਉਹ ਮਤਲਬ ਉਹਦਾ ਇਹ ਕਹਿਣਾ ਆ ਕਿ ਇਹ ਹਦਾਇਤਾਂ ਸੀ ਬਕਾਇਦਾ ਕਿ ਅਸੀਂ ਰਿਪੋਰਟਾਂ ਜਿਹੜੀਆਂ ਆ ਉਹ ਪੱਖਪਾਤੀ ਹੀ ਦੇਣੀਆਂ, ਮਤਲਬ ਕਿ ਸਰਕਾਰ ਦੇ ਪੱਖ ਦੀਆਂ ਰਿਪੋਰਟਾਂ ਦੇਣੀਆਂ ਜੀ। ਸੋ ਇਹ ਜਿਹੜੇ ਇੱਕ ਦੂਜੀ ਗੱਲ ਇਹ ਕਿ ਸਰਕਾਰ, ਉਹਨੇ ਕਿਹਾ ਕਿ ਇਹ ਨਹੀਂ ਸੀ ਚਾਹੁੰਦੀ ਕਿ ਉਹਨਾਂ ਦਾ ਜਿਹੜਾ ਅਕਸ ਆ ਉਹ ਕੌਮਾਂਤਰੀ ਤੌਰ ਤੇ ਖਰਾਬ ਹੋਵੇ। ਇਸ ਕਰਕੇ ਸਾਰਾ ਜਿਹੜਾ ਜ਼ੋਰ ਪਾਇਆ ਗਿਆ ਉਹ ਵਿਗਿਆਨੀਆਂ ਤੇ ਸੀਗਾ ਕਿ ਤੁਸੀਂ ਜਿਹੜੀਆਂ ਆਪਣੀਆਂ ਰਿਪੋਰਟਾਂ ਦੇਣੀਆਂ ਉਹ ਗਲਤ ਦੇਣੀਆਂ ਜੀ। ਇਹ ਸਿੱਧ ਕਰਨਾ ਕਿ ਜਿਹੜੀ ਕੋਈ ਵੀ ਜਿਹੜੀ ਇਸ ਵੇਲੇ ਕਰੋਨਾ ਦਾ ਕੋਈ ਐਡਾ ਵੱਡਾ ਦਹਿਸ਼ਤ ਨਹੀਂ ਹੈ ਤੇ ਲੋਕ ਜਿਹੜੇ ਆਮ ਜ਼ਿੰਦਗੀ ਜੀ ਸਕਦੇ ਆ। ਜਿਵੇਂ ਉਹਦਾ ਸਭ ਤੋਂ ਵੱਡਾ ਉਹਨੇ ਦੋ ਕਾਰਨ ਦੱਸੇ ਵਿੱਚ, ਇੱਕ ਤਾਂ ਇਸਲਾਮ ਵਾਲਾ ਜੀ, ਤੇ ਦੂਜਾ ਇਹ ਕਿ ਸਰਕਾਰ ਖੁੱਲ੍ਹ-ਖਿਲ ਚਾਹੁੰਦੀ ਸੀਗੀ ਕਿ ਰੈਲੀਆਂ 'ਚ ਜਿਹੜੀ ਇਕੱਠ ਆ ਉਹ ਜੁੜਨ ਦਿੱਤਾ ਜਾਵੇ। ਤੇ ਉਸ ਤੋਂ ਅਗਲਾ ਜਿਹੜਾ ਆਪਾਂ ਕਾਰਨ ਤੁਹਾਨੂੰ ਤੀਜਾ ਜਿਹੜਾ ਦੱਸਿਆ, ਉਹ ਕਿਸ ਜਿਹੜੀ ਅੰਤਰਰਾਸ਼ਟਰੀ ਲੈਵਲ ਤੇ ਆ ਉਹਦੀ ਬਦਨਾਮੀ ਨਾ ਹੋਵੇ ਜੀ। ਸੋ ਉਹ ਇਹ ਤੋਂ ਬਿਨਾਂ ਉਹਨੇ ਵੱਡੀ ਗੱਲ ਇਹ ਕਹੀ ਹੈ ਕਿ ਜਿਹੜੇ ਬੰਦੇ ਸਰਕਾਰ ਦੇ ਕਹਿਣੇ ਵਿੱਚ ਨਹੀਂ ਸੀਗੇ ਜੀ, ਉਹਨਾਂ ਨੂੰ ਜਿਹੜੀ ਆਪਣੀ ਨੌਕਰੀ ਤੋਂ ਹੱਥ ਧੋਣੇ ਪੈ ਗਏ। ਉਹਨੇ ਆਪ ਵੀ ਕਿਹਾ ਕਿ ਜਦੋਂ ਮੈਨੂੰ ਇਹ ਜ਼ੋਰ ਪਾਇਆ ਗਿਆ ਕਿ ਤੂੰ ਲਿਖ ਕੇ ਜਿਹੜੀ ਆ ਕੋਈ ਆ ਨਹੀਂ ਹੋ ਰਿਹਾ, ਲਹਿਰ ਨਹੀਂ ਆ ਰਹੀ, ਕੁਛ ਨਹੀਂ ਹੋ ਰਿਹਾ, ਹਾਲਾਤ ਬੜੇ ਵਧੀਆ ਆ, ਸਰਕਾਰ ਨੇ ਕੰਟਰੋਲ ਕੀਤਾ ਹੋਇਆ, ਪਰ ਉਹ ਕਹਿ ਰਿਹਾ ਕਿ ਜਦੋਂ ਮੈਂ ਇਹ ਲਿਖਣ ਤੋਂ ਇਨਕਾਰ ਕਰਤੀ ਤਾਂ ਚੇਅਰਮੈਨ ਨੇ ਮੇਰੇ ਕੋਲ ਜਿਹੜਾ ਆ ਅਸਤੀਫਾ ਮੰਗ ਲਿਆ ਤੇ ਉਹ ਅਸਤੀਫਾ ਛੱਡ ਕੇ ਇਸ ਵੇਲੇ ਅਮਰੀਕਾ ਵਿੱਚ ਸੈੱਟ ਆ। ਇੱਕ ਹੋਰ ਗੱਲ ਜਿਹੜੀ ਉਹਨੇ ਬਹੁਤ ਵੱਡੀ ਗੱਲ ਕਹੀ ਆ, ਉਹ ਕਹਿੰਦਾ ਵੀ ਸਰਕਾਰ ਨੇ ਇੱਕ ਪ੍ਰਚਾਰ ਸ਼ੁਰੂ ਕਰਤਾ ਸੀਗਾ ਜੀ ਕਿ ਜਿਹੜੀ ਡੇਂਗੂ ਦੀ ਦਵਾਈ ਆ ਉਹ ਇਹਦੇ ਲਈ ਕਾਰਗਰ ਸਿੱਧ ਹੋ ਰਹੀ ਆ। ਸ਼ਾਇਦ ਤੁਹਾਡੇ ਧਿਆਨ 'ਚ ਹੋਣਾ। ਬਿਲਕੁਲ ਕੀਤਾ ਸੀ। ਅੱਛਾ, ਇਹ ਵੀ ਇੱਕ ਗਲਤ ਖਬਰ ਸੀ। ਇੱਕ ਉਹਨੇ ਨਾਲ ਹੋਰ ਗੱਲ ਕਹੀ ਆ ਕਿ ਜਿਹੜੀ ਸਰਕਾਰ ਨੇ ਪਲਾਜ਼ਮਾ ਥੈਰੇਪੀ ਦਾ ਰੌਲਾ ਪਾਇਆ ਸੀਗਾ, ਹਾਂਜੀ ਹਾਂਜੀ, ਉਹ ਕਹਿ ਰਿਹਾ ਸੀ ਕਿ ਇਹ ਦੋਨੇ ਜਿਹੜੀਆਂ ਥੈਰੇਪੀਆਂ ਸੀਗੀਆਂ ਇਹ ਬਿਲਕੁਲ ਕਾਰਗਰ ਨਹੀਂ ਸੀਗੀਆਂ, ਇਹ ਵੀ ਸਾਡੇ ਕੋਲੋਂ ਵਰਤਿਆ ਗਿਆ, ਕਹਾਇਆ ਗਿਆ। ਔਰ ਉਹਨੇ ਫਿਰ ਇਹ ਗੱਲ ਤੇ ਜ਼ੋਰ ਦਿੱਤਾ ਕਿ ਬਹੁਤ ਵਾਰੀ ਐ ਹੁੰਦਾ ਰਿਹਾ ਕਿ ਜਿਨ੍ਹਾਂ ਵਿਗਿਆਨੀਆਂ ਦਾ ਇਸ ਬਿਮਾਰੀ ਨਾਲ ਕੋਈ ਸੰਬੰਧ ਨਹੀਂ ਸੀਗਾ, ਰਿਪੋਰਟ ਆ ਉਹਨਾਂ ਕੋਲੋਂ ਤਿਆਰ ਕੀਤੀਆਂ ਜਾਂਦੀਆਂ ਰਹੀਆਂ। ਦੱਸੋ ਇਹ ਕਿੱਡੀ ਖਤਰਨਾਕ ਗੱਲ ਹੈ। ਤੇ ਬਨਵੈਦ ਸਾਹਿਬ, ਇਹ ਜਿਹੜਾ ਡੇਂਗੂ ਦੀ ਦਵਾਈ ਤੇ ਨਾਲ ਪਲਾਜ਼ਮਾ ਥੈਰੇਪੀ, ਉਹਦੇ ਨਾਲ ਸਰਕਾਰ ਨੂੰ ਕੀ ਲਾਭ ਹੋਇਆ? ਇਹ ਸਰਕਾਰ ਦਾ ਇਹ ਕਹਿਣਾ ਸੀਗਾ ਕਿ ਸਾਡੇ ਕੋਲੇ ਬੜੇ ਸੌਖੇ ਹੱਲ ਹੈਗੇ ਤੁਹਾਡੇ ਲਈ, ਤੁਸੀਂ ਆ ਵਰਤੋ। ਪਰ ਦੇਖੋ, ਜੇ ਪਲਾਜ਼ਮਾ ਨਾਲ ਜਾਂ ਡੇਂਗੂ ਦੀ ਦਵਾਈ ਨਾਲ ਲੋਕ ਨਹੀਂ ਬਚੇ ਤਾਂ ਪ੍ਰਧਾਨ ਮੰਤਰੀ ਢਿੱਡ ਦਾ ਪੀੜ ਕੋਈ ਨਹੀਂ ਹੋਈ ਜੀ। ਪ੍ਰਧਾਨ ਮੰਤਰੀ ਤਾਂ ਇਹੀ ਸ਼ੋਅ ਕਰਨਾ ਚਾਹੁੰਦਾ ਸੀਗਾ ਕਿ ਅਸੀਂ ਜਿਹੜੇ ਇਲਾਜ ਆ ਲੱਭ ਲਏ,
ਜੀ ਬਿਲਕੁਲ। ਪਹਿਲੀ ਗੱਲ ਤਾਂ ਉਹਨੇ ਜਿਹੜਾ ਰਿਪੋਰਟ 'ਚ ਗੱਲ ਤੇ ਜ਼ੋਰ ਦਿੱਤਾ ਕਿ ਸਰਕਾਰ ਇਹ ਪੂਰੀ ਟਹਿਲ ਲਾਈ ਰੱਖੀ ਕਿ ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਕੋਈ ਨਹੀਂ ਆ ਰਹੀ ਜੀ ਹਨਾ। ਬਿਲਕੁਲ। ਦੇਖੋ ਫਿਰ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਕਰੋਨਾ ਦੀ ਲਹਿਰ ਨਾਲ ਤਾਂ ਗੰਗਾ ਚ ਅੱਛਾ ਤਰਦੀਆਂ ਨਹੀਂ ਆ, ਸ਼ਮਸ਼ਾਨ ਘਾਟਾਂ ਵਿੱਚ ਜਿਹੜੀ ਆ ਉਹ ਲੋਕਾਂ ਨੂੰ ਥਾਂ ਨਹੀਂ ਸੀ ਮਿਲ ਰਹੀ। ਈਵਨ ਮਤਲਬ ਹਾਲਾਤ ਇਹ ਸੀਗੇ ਕਿ ਲੋਕ ਪਾਰਕਾਂ ਵਿੱਚ, ਜੇ ਫੋਟੋ ਮੇਰੇ ਅੱਖਾਂ 'ਚ ਆ ਰਹੀਆਂ ਕਿ ਲੋਕ ਪਾਰਕਾਂ ਵਿੱਚ ਜਾਂ ਸ਼ਮਸ਼ਾਨ ਘਾਟ ਦੇ ਬਾਹਰ ਲਾਸ਼ਾਂ ਰੱਖ ਕੇ ਨੰਬਰ ਲਾ ਕੇ ਮੁੜ ਜਾਂਦੇ ਸੀਗੇ। ਸੋ ਜੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ਸਾਡਾ ਦੇਸ਼ ਦਾ ਰਾਜਾ ਆ ਉਹਦੇ ਢਿੱਡ 'ਚ ਪੀੜ ਨਹੀਂ ਹੋਈ, ਤਾਂ ਇਹ ਜਿਹੜੀਆਂ ਇੰਨੇ ਨਿੱਕੇ ਮੋਟੇ ਝੂਠ ਬੋਲ ਕੇ ਤਾਂ ਹਿਲਣਾ ਕਿਆ ਸੀ, ਕੁਝ ਵੀ ਕਰ ਸਕਦੇ ਨੇ। ਯਾਨੀ ਕਿ ਲੋਕਾਂ ਦੇ ਜ਼ਿੰਦਗੀਆਂ ਦੇ ਉੱਤੇ ਐਕਸਪੈਰੀਮੈਂਟ ਕੀਤਾ ਸਰਕਾਰ ਨੇ। ਵੈਸਾ ਵੀ ਬਹੁਤ ਖਤਰਨਾਕ ਹੈ ਕਿ ਦਵਾਈਆਂ ਤੱਕ ਦਾ ਐਕਸਪੈਰੀਮੈਂਟ ਕਰ ਲਿਆ ਕਿ ਇਹ ਦੱਸਣ ਵਾਸਤੇ ਕਿ ਅਸੀਂ ਇਲਾਜ ਲੱਭ ਲਿਆ। ਤੇ ਇਸ ਕੜੀ ਦੇ ਵਿੱਚ ਮੈਨੂੰ ਲੱਗਦਾ ਹੈ ਬਾਬਾ ਰਾਮਦੇਵ ਦਾ ਵੀ ਨਾਮ ਜੁੜਦਾ ਹੈਗਾ। ਤੁਸੀਂ ਪੈਰ ਰੱਖ ਕੇ ਕਿਹਾ, ਮੈਨੂੰ ਇਹ ਲੱਗਦਾ ਕਿ ਉਹ ਲੋਕਾਂ ਦੇ ਉੱਪਰ ਦੀ ਪੈਰ ਰੱਖ ਕੇ ਦਰੜ ਕੇ ਗਾਹਾਂ ਲੰਘਾ ਹੈ ਹਨਾ। ਦੇਖੋ ਜਿਹੜੀ ਰਿਪੋਰਟ ਹੈ ਉਹਦੇ ਬਾਰੇ ਰਾਮਦੇਵ ਬਾਰੇ ਕੁਝ ਨਹੀਂ ਕਿਹਾ ਗਿਆ ਹਨਾ। ਜਿਹੜੀ ਰਿਪੋਰਟ ਆ ਉਹਨੇ ਸਿਰਫ ਜਿਹੜੀ ਆਪਣੀ ਰਿਪੋਰਟ ਆ ਉਹਨੇ ਸਿਰਫ ਤੇ ਸਿਰਫ ICMR ਇੰਡੀਅਨ ਕਾਉਂਸਲ ਆਫ ਮੈਡੀਕਲ ਐਂਡ ਰਿਸਰਚ ਨਾਲ ਸੰਬੰਧ ਰੱਖੀ ਆ। ਦੂਜਾ ਉਹਨੇ ਸਰਕਾਰ ਨਾਲ, ਕਿ ਸਰਕਾਰ ਨੇ ਸਾਡੇ ਕੋਲੋਂ ਝੂਠ ਜਿਹੜਾ ਆ ਉਹ ਕੀ ਲਾਹਾ ਲੈਣ ਲਈ ਬੁਲਵਾਇਆ। ਤੇ ਉਹੀ ਹੈ ਕਿ ਇੱਕ ਅੱਧਾ ਬੰਦਾ ਜਿਹੜਾ ਜਾਗਦੀ ਜ਼ਮੀਰ ਵਾਲਾ ਉਹ ਨਹੀਂ ਬੋਲਦਾ ਤੇ ਉਹ ਛੱਡ ਕੇ ਚਲਾ ਜਾਂਦਾ, ਤਾਂ ਇਹ ਗੱਲਾਂ ਨੇ ਜਿਹੜੀਆਂ ਬਾਹਰ ਨਿਕਲ ਆਉਂਦੀਆਂ ਨੇ। ਤੇ ਬਨਵਾਸ ਸਾਹਿਬ, ਨਿਊਯਾਰਕ ਟਾਈਮਸ ਦੇ ਵਿੱਚ ਰਿਪੋਰਟ ਛਪੀ ਹੈ, ਸਰਕਾਰ ਕਹਿ ਰਹੀ ਹੈ ਬਿਲਕੁਲ ਝੂਠੀ ਰਿਪੋਰਟ ਹੈ। ਹੁਣ ਵੀ ਇਹੀ ਕਿਹਾ ਹੈਗਾ, ਰਿਐਕਸ਼ਨ ਜਿਹੜਾ ਦਿੱਤਾ ਹੈਗਾ। ਤੇ ਸਰਕਾਰ ਦੇ ਅਕਸ ਤੇ ਕਿੰਨਾ ਕੁ ਪ੍ਰਭਾਵ ਪਊਗਾ ਕੌਮਾਂਤਰੀ ਪੱਧਰ ਤੇ? ਦੇਖੋ ਤੁਸੀਂ ਗੱਲ ਰਿਪੋਰਟ ਦੀ ਕੀਤੀ ਆ ਨਾ, ਫਿਰ ਮੈਨੂੰ ਗੱਲ ਦੁਹਰਾਉਣੀ ਪੈਣੀ ਆ ਵੀ ਜੇ ਬਾਹਰਲੀ ਅਖਬਾਰੇ ਕਹਿੰਦੀ ਆ ਕਿ ਸਾਰਾ ਮੀਡੀਆ, ਸਾਰਾ ਜੋ ਸਿਸਟਮ ਆ, ਜਨਤਕ ਤੰਤਰ ਹੈ ਜਿਹੜਾ, ਉਹਨੂੰ ਮੋਦੀ ਨੇ ਆਪਣੀ ਜੁੱਤੀ ਦੇ ਨੋਕ ਤੇ ਰੱਖਿਆ ਹੋਇਆ, ਤਾਂ ਇਹ ਤੋਂ ਗਾਹਾਂ ਕੁਝ ਕਹਿਣ ਦੀ ਲੋੜ ਨਹੀਂ। ਔਰ ਇੱਕ ਹੋਰ ਮੈਂ ਫਿਰ ਦੱਸਦਾ ਤੁਹਾਨੂੰ ਧਿਆਨ ਨਾਲ, ਉਹਨੇ ਇਹ ਵੀ ਰਿਪੋਰਟ ਵਿੱਚ ਕਿਹਾ ਕਿ ਜਿਹੜਾ ਇੱਕ ਤਾਂ ਗੋਦੀ ਮੀਡੀਆ ਹੈ ਅੱਛਾ, ਇੱਕ ਤਾਂ ਉਹਨੇ ਕਿਹਾ ਜੀ, ਇੱਕ ਤਾਂ ਗੋਦੀ ਮੀਡੀਆ ਹੈ, ਇੱਕ ਦੂਜਾ ਜਿਹੜਾ ਮੀਡੀਆ ਵੀ ਆ ਉਹਨੂੰ ਵੀ ਪੈਸੇ ਨਾਲ ਨਚਾਇਆ ਗਿਆ ਸਾਰਾ ਕੁਝ ਵਰਤਣ ਲਈ, ਉਹਨੇ ਇਹ ਵੀ ਨਾਲ ਲਿਖ ਕੇ ਕਿਹਾ। ਅੱਛਾ, ਇਹ ਵੀ ਪ੍ਰੋਪਰ ਉਹਨਾਂ ਨੇ ਬਿਆਨ ਦਿੱਤਾ। ਬਿਲਕੁਲ, ਇਹ ਨਹੀਂ ਰਿਪੋਰਟ 'ਚ ਲਿਖਿਆ ਹੋਇਆ ਜੀ ਕਿ ਇੱਕ ਤਾਂ ਗੋਦੀ ਮੀਡੀਆ ਆਪਾਂ ਕਹਿੰਦੇ ਆ, ਇੱਕ ਦੂਜੇ ਜਿਹੜਾ ਰਹਿੰਦਾ ਖੁੰਦਾ ਮੀਡੀਆ ਉਹਨੂੰ ਵੀ ਪੈਸੇ ਨਾਲ ਇਸ਼ਤਿਹਾਰਾਂ ਦਾ ਲਾਲਚ ਦੇ ਕੇ ਨਚਾਇਆ ਗਿਆ। ਔਰ ਇੱਕ ਇਹ ਵੀ ਨਾਲ ਫਿਰ ਉਹਨੇ ਇੱਕ ਹੋਰ ਤੀਜਾ ਸੈਂਟੈਂਸ ਇਹ ਵੀ ਵਰਤਿਆ ਕਿ ਜਿਹੜਾ ਮੀਡੀਆ ਆ ਉਹ ਪੈਸੇ ਦੀ ਖਾਤਰ ਜਿਹੜਾ ਸਰਕਾਰ ਵੱਲ ਨੂੰ ਆਪ ਵੀ ਝਾਕ ਰੱਖਦਾ, ਤੇ ਮੀਡੀਆ ਨੇ ਵੀ ਐਡੀ ਲੋੜ ਨਹੀਂ ਸਮਝੀ ਹੈਗੀ ਕਿ ਜਿਹੜੀ ਆ ਉਹ ਸੱਚਾਈ ਸਾਹਮਣੇ ਲਿਆਂਦੀ ਹੈ। ਚਾਹੇ ਸੱਚਾਈ ਦੇਖੋ ਸਾਹਮਣੇ ਤਾਂ ਆਈ ਆ, ਪਰ ਉਹਦਾ ਕਹਿਣਾ ਇਹ ਆ ਕਿ ਮੀਡੀਆ ਵੀ ਕਿਸੇ ਹੱਦ ਤੱਕ ਜਿਹੜਾ ਆ ਉਹ ਚੁੱਪ ਰਿਹਾ ਇਸ ਪੱਖੋਂ ਜੀ, ਕਿਉਂਕਿ ਉਹਨੂੰ ਪੈਸੇ ਦੀ ਜਿਹੜੀ ਆ ਵਿੱਤੀ ਮਦਦ ਦੀ ਲੋੜ ਸੀ। ਤੇ ਯਾਨੀ ਕਿ ਜਿਹੜੀ ਹੁਣ ਰਿਪੋਰਟ ਆਈ ਹੈ ਇਹਨੂੰ ਵੀ ਜ਼ਾਹਿਰ ਤੌਰ ਤੇ ਗੋਦੀ ਮੀਡੀਆ ਜਿਹੜਾ ਉਹਨਾਂ ਨੇ ਕਿਹਾ ਹੈਗਾ, ਤੇ ਜਿਹੜਾ ਮੀਡੀਆ ਪੈਸੇ ਲੈਂਦਾ ਉਹ ਬਿਲਕੁਲ ਵੀ ਇਸ ਰਿਪੋਰਟ ਨੂੰ ਛਾਪਣਗੇ ਨਹੀਂ, ਨਾ ਦਿਖਾਉਣਗੇ, ਨਾ ਇਸ ਦਾ ਜ਼ਿਕਰ ਕਰਨਗੇ ਜ਼ਾਹਿਰ ਤੌਰ ਤੇ। ਦੇਖੋ ਹੁਣ ਜਿੰਨਾ ਕੁ ਤੁਸੀਂ ਹੁਣੇ ਵੀ ਗੱਲ ਕਰਦੇ ਹੋ ਕਿ ਤੁਸੀਂ ਰਿਪੋਰਟ ਜਿਹੜੀ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਤੇ ਮੈਨੂੰ ਲੱਗਦਾ ਹੁਣ ਇਸ ਵੇਲੇ ਇਹ ਜਿਹੜਾ ਇੰਨਾ ਕੁ ਆਪਾਂ ਜਿਹੜੀ ਆ ਮਾਡਰਨ ਯੁੱਗ 'ਚ ਪਹੁੰਚ ਚੁੱਕੇ ਹਾਂ ਟੈਕਨੋਲੋਜੀ ਦੇ ਵਿੱਚ, ਕਿ ਇਹ ਜਿਹੜੀਆਂ ਰਿਪੋਰਟਾਂ ਮੇਰਾ ਖਿਆਲ ਹੈ ਤੁਹਾਨੂੰ ਜਿਹੜੀਆਂ ਉਹ ਗੂਗਲ ਤੋਂ ਲੱਭਣੀਆਂ, ਜਿਹੜੀਆਂ ਨਿਊਯਾਰਕ ਟਾਈਮ ਆਪਾਂ ਅਖਬਾਰ ਕੱਢ ਲਾਂਗੇ, ਬਿਲਕੁਲ ਸੌਖੀਆਂ, ਜਾਂ ਜਿਹੜਾ ਇੰਨਾ ਕੁ ਸੋਸ਼ਲ ਮੀਡੀਆ ਆ ਕਿ ਜੇ ਰਿਪੋਰਟ ਜਿਹੜੀ ਆ ਉਹ ਮੈਨੂੰ ਪੜ੍ਹਨ ਨੂੰ ਮਿਲ ਸਕਦੀ ਆ, ਤਾਂ ਗਾਹਾਂ ਕਿੰਨੇ ਥਾਂ ਰਿਪੋਰਟ ਜਿਹੜੀ ਪਹੁੰਚ ਗਈ ਹੋਣੀ। ਸਮੱਸਿਆ ਤਾਂ ਇੱਥੇ ਆ ਕੇ ਖੜਨੀ ਆ ਜੀ ਇਹ, ਕਿ ਅਸੀਂ ਇਹ ਸੋਚਦੇ ਹਾਂ ਕਿ ਇਹ ਜਿਹੜੀ ਖਬਰ ਆਉਣ ਨਾਲ ਪਤਾ ਨਹੀਂ ਕੀ ਪਹਾੜ ਜਿਹੜਾ ਅਸਮਾਨ ਹੈ ਉਹ ਢਹਿ ਜਾਣਾ, ਪਰ ਮੈਨੂੰ ਵੀ ਇਹ ਲੱਗਦਾ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਨੇ ਵੀ ਬਿਆਨਬਾਜ਼ੀ ਕਰਕੇ ਜਾਂ ਆਪਣਾ 2-4 ਵਾਰੀ ਨਾਂ ਨੂੰ ਚਮਕਾ ਕੇ ਕਰਨਾ ਜਿਹੜਾ ਆ ਉਹ ਕੁਝ ਨਹੀਂ ਹੈਗਾ। ਤੇ ਦੂਜੀ ਗੱਲ ਇਹ ਵੀ ਜੇ ਤੁਸੀਂ ਗੱਲ ਕਰਤੇ ਨਿਆਇਕ ਜਾਂਚ ਦੀ, ਉਹਦੇ ਬਾਰੇ ਵੀ ਚੁੱਪ ਲਈ। ਬਿਲਕੁਲ ਆਪਾਂ ਕਹਿ ਸਕਦੇ ਹਾਂ, ਕਿਉਂਕਿ ਜੋ ਕੁਝ ਦੇਸ਼ ਦੇ ਵਿੱਚ ਹਾਲਾਤ ਚੱਲਦੇ ਨੇ, ਜਿਸ ਤਰ੍ਹਾਂ ਦੇ ਨਾਲ ਵਰਤਾਰਾ ਸਾਰਾ ਵਰਤਦਾ ਰਹਿੰਦਾ ਹੈ, ਉਸ ਤੇ ਤਾਂ ਚੁੱਪ ਹੀ ਭਲੀ ਹੈ। ਜਿਵੇਂ ਬਨਵਾਸ ਸਾਹਿਬ ਨੇ ਕਿਹਾ ਕਿ ਨਿਆਇਕ ਜਾਂਚ ਤੇ ਤਾਂ ਜੇ ਚੁੱਪ ਹੀ ਰਹੀਏ ਤਾਂ ਚੰਗੀ ਗੱਲ ਹੈ, ਕਿਉਂਕਿ ਸਾਰੇ ਜਾਣਦੇ ਹੀ ਨੇ। ਗੱਲ ਤਾਂ ਇਹ ਹੁੰਦੀ ਹੈ, ਜਿਵੇਂ ਬਨਵਾਸ ਸਾਹਿਬ ਨੇ ਕਿਹਾ ਕਿ ਆਨਲਾਈਨ ਜਿਹੜਾ ਹੈਗਾ ਸਭ ਕੁਝ ਅੱਜ ਕੱਲ੍ਹ ਪਿਆ ਹੁੰਦਾ ਤੇ ਆਪਾਂ ਈਜ਼ੀਲੀ ਲੈ ਸਕਦੇ ਹਾਂ, ਪਰ ਜਦੋਂ ਮੀਡੀਆ ਦੇ ਉੱਤੇ ਕੋਈ ਵੀ ਗੱਲ ਹੈ ਜਿਹੜੀ ਉਹ ਪਹਿਲੇ ਨੰਬਰ ਤੇ ਪਹਿਲ ਦੇ ਆਧਾਰ ਤੇ ਦਿਖਾਈ ਜਾਂਦੀ ਹੈ, ਤਾਂ ਉਹ ਘਰ ਘਰ ਤੱਕ ਪਹੁੰਚ ਜਾਂਦੀ ਹੈ, ਕਿਉਂਕਿ ਹਰ ਕੋਈ ਜਿਹੜਾ ਹੈਗਾ ਉਹ ਗੂਗਲ ਦੀ ਪਹੁੰਚ ਨਹੀਂ ਰੱਖਦਾ, ਇੰਟਰਨੈਟ ਦੀ ਪਹੁੰਚ ਨਹੀਂ ਰੱਖਦਾ। ਪਰ ਅੱਜ ਕੱਲ੍ਹ ਹਰ ਘਰ ਦੇ ਵਿੱਚ ਟੀਵੀ ਜ਼ਰੂਰ ਹੈਗਾ, ਪਰ ਅਫਸੋਸ ਦੀ ਗੱਲ ਹੈ ਕਿ ਉਸ ਟੀਵੀ ਦੇ ਉੱਤੇ ਇਹ ਜਿਹੜੀ ਗੱਲ ਹੈ, ਇਹ ਰਿਪੋਰਟ ਹੈ, ਉਹ ਨਹੀਂ ਦਿਖਾਈ ਜਾਵੇਗੀ। ਪਰ ਇਹ ਵੀ ਸ਼ੁਕਰ ਦੀ ਗੱਲ ਹੈ
ਕਿ ਕਿਤੇ ਨਾ ਕਿਤੇ ਚਾਹੇ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਹੀ ਖੁਲਾਸਾ ਤਾਂ ਹੋਇਆ ਇਸ ਗੱਲ ਦਾ ਕਿ ਕਿਸ ਪੱਧਰ ਤੇ ਜਿਹੜਾ ਦੇਸ਼ ਦਾ ਰਾਜਾ ਹੈ ਉਹ ਆਪਣੇ ਫਾਇਦੇ ਦੇ ਲਈ, ਆਪਣੇ ਨਿੱਜੀ ਹਿੱਤਾਂ ਦੇ ਲਈ, ਆਪਣੀ ਸੱਤਾ ਦੀ ਖਾਤਰ ਜਿਹੜਾ ਹੈਗਾ ਲੋਕਾਂ ਨੂੰ ਵਰਤਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। ਤੇ ਮੈਨੂੰ ਇਹ ਲੱਗਦਾ ਕਿ ਜਿਹੜਾ ਪ੍ਰਮੋਦ ਅਗਰਵਾਲ ICMR ਦੇ ਵਿਗਿਆਨੀ ਛੱਡ ਕੇ ਅਮਰੀਕਾ ਗਏ ਆ, ਉਹਨਾਂ ਨੇ ਵੀ ਸ਼ਾਇਦ ਜਿਹੜਾ ਆਪਣਾ ਹੌਸਲਾ ਕਰ ਲਿਆ, ਡੇਅਰ ਕਰ ਲਿਆ, ਕੋ ਅਮਰੀਕਾ ਬੈਠੇ ਆ, ਇੱਥੇ ਸ਼ਾਇਦ ਉਹ ਵੀ ਜ਼ੁਬਾਨ ਨਾ ਖੋਲਦੇ, ਇੱਥੇ ਜ਼ੁਬਾਨ ਨਾ ਖੋਲਦੇ। ਬਿਲਕੁਲ, ਯਾਨੀ ਕਿ ਹੁਣ ਅਮਰੀਕਾ ਦੇ ਵਿੱਚ ਉਹਨਾਂ ਨੇ ਖੋਲੀ ਹੈ ਜ਼ੁਬਾਨ, ਤਾਂ ਸੇਫ ਨਹੀਂ ਕਹਿ ਸਕਦੇ ਆ। ਬਿਲਕੁਲ ਜੀ, ਇਹੀ ਹੈ ਨਾ। ਜੀ ਜੀ ਬਿਲਕੁਲ। ਸੋ ਕਰੋਨਾ ਦੀ ਜਿਹੜੀ ਦੂਸਰੀ ਤੇ ਪਹਿਲੀ ਲਹਿਰ ਦੇ ਬਾਰੇ ਜੋ ਖੁਲਾਸੇ ਹੋਏ ਨੇ, ICMR ਦੇ ਅੰਦਰੋਂ ਜੇ ਇਹੋ ਜਿਹੇ ਬਿਆਨ ਨਿਕਲਦੇ ਨੇ ਜਿਹੜੇ ਦਬਾਅ ਦੇ ਵਿੱਚ ਦਿੱਤੇ ਜਾਂਦੇ ਨੇ, ਤਾਂ ਉਸ ਤੋਂ ਵੱਧ ਖਤਰਨਾਕ ਹੋਰ ਕੀ ਹੋ ਸਕਦਾ। ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ, ਯਾਨੀ ਕਿ ਪੂਰੇ ਭਾਰਤ ਦੀ ਆਪਾਂ ਕਹਿ ਲਈਏ ਕਿ ਇੱਕ ਵੱਡੀ ਹੈਲਥ ਸੰਸਥਾ ਜਿਵੇਂ WHO ਹੈ, ਤਾਂ ICMR ਭਾਰਤ ਦੀ ਹੈ, ਤੇ ਉੱਥੋਂ ਜੇ ਇਹੋ ਜਿਹਾ ਦਬਾਅ ਪੈ ਸਕਦਾ ਹੈ ਤਾਂ ਕੁਝ ਵੀ ਹੋ ਸਕਦਾ ਹੈ। ਖਾਲਸ ਚਰਚਾ ਦੇ ਵਿੱਚ ਕੱਲ ਫੇਰ ਮਿਲਾਂਗੇ ਇੱਕ ਹੋਰ ਮੁੱਦੇ ਦੇ ਨਾਲ। ਬਨਵੈਦ ਸਾਹਿਬ ਬਹੁਤ ਬਹੁਤ ਧੰਨਵਾਦ ਖਾਲਸ ਚਰਚਾ ਵਿੱਚ ਜੁੜਨ ਲਈ, ਤੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।